ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਰੀ ਸੰਗਤ ਲਈ ਬਹੁਤ ਵੱਡਾ ਸੁਭਾਗ ਦਾ ਸਮਾਂ ਹੈ। ਇੱਕ ਮਹਾਨ ਸਾਧੂ ਦੀ ਯਾਦ ਵਿੱਚ ਆਪਾਂ ਸਾਰੇ ਜੁੜੇ ਹੋਏ ਹਾਂ। ਕਮਾਈ ਵਾਲੇ ਦੀ ਯਾਦ ਵਿੱਚ ਜੁੜਨਾ ਵੱਖਰੀ ਚੀਜ਼ ਹੈ। ਜਿਹੜਾ ਜਿਹਦੀ ਪਰਮੇਸ਼ਰ ਤੱਕ ਗਤੀ ਹੁੰਦੀ ਹੈ, ਰਸਾਈ ਹੁੰਦੀ ਹੈ, ਪਹੁੰਚ ਹੁੰਦੀ ਹੈ, ਜੋ ਅੱਠੇ ਪਹਿਰ ਪਰਮੇਸ਼ਰ ਦੇ ਨਾਲ ਰਹਿੰਦੇ ਨੇ ਤੇ ਉਹਦੇ ਨਾਲ ਰਚੇ ਹੋਏ ਹੁੰਦੇ ਨੇ। ਹੁਣ ਜੀ ਖੁਦਾਏ ਦਾ ਭੇਤ ਨਾ ਕਿਸੇ ਦੇਣ। ਜਿਹੜੇ ਰੱਬ ਨਾਲ ਅੱਠੇ ਪਹਿਰ ਸਾਂਝ ਵਾਲੇ ਹੁੰਦੇ ਨੇ, ਜੁੜੇ ਹੋਏ ਹੁੰਦੇ ਨੇ ਤੇ ਕਿਸੇ ਨੂੰ ਭੇਤ ਨਹੀਂ ਦਿੰਦੇ। ਇਹ ਜਿਹੇ ਸਾਧੂ ਦੀ ਯਾਦ ਵਿੱਚ ਜੁੜਨ ਦਾ ਇੱਕ ਲਮੇ ਦਾ ਲੱਖਾਂ ਕਰੋੜਾਂ ਗੁਣਾ ਫਲ ਜ਼ਿਆਦਾ ਮਿਲਦਾ ਹੈ। ਜਿਹੜੇ ਪਰਮੇਸ਼ਰ ਨੂੰ ਪਾਏ ਹੋਏ ਹੁੰਦੇ ਨੇ, ਜਿਨ੍ਹਾਂ ਦੀ ਕਿਰਪਾ ਨਾਲ ਸਾਰਾ ਜੀਵਨ ਗੁਰੂ ਕਲਗੀਧਰ ਪਿਤਾ ਜੀ ਦੇ ਚਰਨਾਂ ਨਾਲ ਜੋੜ ਕੇ, ਬਾਣੀ ਨਾਲ ਜੋੜ ਕੇ, ਸਾਡੀਆਂ ਬੁਰਾਈਆਂ ਤੋਂ ਹਟਾ ਕੇ, ਜਿਨ੍ਹਾਂ ਨੇ ਜਨਮ ਦੀ ਸਫਲਤਾ ਵਾਸਤੇ ਸਾਡੀ ਪ੍ਰੇਰਣਾ ਦਿੱਤੀ। ਆਪ ਤਾਂ ਉਹਨਾਂ ਦਾ ਜੀਵਨ ਸਫਲਾ ਹੀ ਸੀ। ਆਪ ਤਰੇ ਤਾਰੇ ਸਰਿੱਠਾ, ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੈ ਇੱਕ ਕਣੀ, ਕਰੋੜਾਂ ਦਾ ਭਲਾ ਕੀਤਾ। ਜਦੋਂ ਦਾਸ ਨੂੰ ਸਮਾਂ ਮਿਲਿਆ ਸੀ ਇਹਨਾਂ ਦੇ ਚਰਨਾਂ ਜਾਣ ਦਾ 1952 ਵਿੱਚ, ਉਦੋਂ ਇਹਨਾਂ ਦਾ ਜੀਵਨ ਲਿਖਿਆ ਸੀ ਗਿਆਨੀ ਮੋਹਨ ਸਿੰਘ ਆਜ਼ਾਦ ਨੇ। ਉਹ ਵੀ ਉੱਥੇ ਧੂਰਕੋਟ ਦਾਸ ਨਾਲ ਵੀ ਪੜ੍ਹਦੇ ਰਹੇ ਸਨ। ਉਹਨਾਂ ਨੇ ਉਹਦੇ 'ਚ ਲਿਖਿਆ ਸੀ 8 ਲੱਖ ਨੂੰ ਅੰਮ੍ਰਿਤਪਾਨ ਕਰਾਇਆ। ਜਦੋਂ ਤੇ ਹੀਰਾ ਸਿੰਘ ਥਾਣੇਦਾਰ ਨੇ ਲਿਖਣਾ ਸ਼ੁਰੂ ਕੀਤਾ ਮਹਾਰਾਜ ਜੀ ਦਾ ਪ੍ਰੋਗਰਾਮ, ਜਿੱਥੇ ਕਿੰਨਿਆਂ ਨੇ ਅੰਮ੍ਰਿਤ ਛਕਿਆ, ਕਿੱਥੇ ਕਿੰਨਿਆਂ ਨੇ ਅੰਮ੍ਰਿਤ ਛਕਿਆ, ਉਹਨਾਂ ਦੀ ਗਿਣਤੀ 8 ਲੱਖ ਤੱਕ ਥਾਣੇਦਾਰ ਹੀਰਾ ਸਿੰਘ ਜੀ ਨੇ ਕੀਤੀ ਸੀ। ਪਰ ਜਦੋਂ ਮੈਂ ਉੱਥੇ ਮਹਾਰਾਜ ਦੇ ਚਰਨਾਂ 'ਚ ਗਿਆ ਸੀ 1952 ਵਿੱਚ, ਜਦੋਂ ਅਫਰੀਕਾ ਤੋਂ ਵਾਪਸ ਆਏ ਸੀ ਹਜ਼ੂਰ ਮਹਾਰਾਜ, ਉਦੋਂ ਜਿਹੜੇ ਸਿੰਘ ਉੱਥੇ ਰਹਿੰਦੇ ਸੀ ਬਹੁਤ ਸਾਰੇ, ਉਹ ਦੱਸਦੇ ਸੀ ਵੀ ਕੁਛ ਸਿੰਘਾਂ ਨੇ ਨਾਂ ਵੀ ਲੈਂਦੇ ਸੀ ਬਈ ਜਿਹੜਾ ਉਦੋਂ ਪਹਿਲਾਂ ਅੰਮ੍ਰਿਤ ਛਕਾਇਆ ਸੀ ਉਹਨਾਂ ਨੇ, ਜਦ ਤੋਂ ਥਾਣੇਦਾਰ ਹੀਰਾ ਸਿੰਘ ਜੀ ਨੇ ਗਿਣਤੀ ਸ਼ੁਰੂ ਕੀਤੀ ਸੀ, ਉਸ ਪਿੰਡ ਜਾ ਕੇ ਜਿੱਥੇ ਜਿੱਥੇ ਅੰਮ੍ਰਿਤ ਛਕਾਇਆ ਸੀ ਉਹਨਾਂ ਨੇ ਖਬਰ ਕੀਤੀ, 10 ਲੱਖ ਉਹ ਬਣ ਜਾਂਦਾ ਸੀ। 10 ਤੇ 8 18 ਲੱਖ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਉਹਨਾਂ ਨੇ ਆਪਣੇ ਜੀਵਨ ਵਿੱਚ, ਜਿਹੜਾ ਸਿੰਘਾਂ ਨੇ ਲਿਖਿਆ ਸੀ। ਤੇ ਕਿੰਨੇ ਕੌਮ ਨੂੰ ਸਕੂਲ ਕਾਲਜ ਬਣਾ ਕੇ ਦਿੱਤੇ। ਆਪਣੇ ਵਾਸਤੇ ਤਾਂ ਉਹਨਾਂ ਦਾ ਕੋਈ ਬੱਚਾ ਵੀ ਨਹੀਂ ਸੀ ਬਈ ਸਕੂਲ ਕਾਲਜਾਂ 'ਚ ਪੜ੍ਹਾਉਣਾ ਸੀ। ਉਹ ਸੰਗਤ ਸਾਰੇ ਇਲਾਕੇ ਵਾਸਤੇ, ਸਾਰਿਆਂ ਦੇ ਭਲੇ ਵਾਸਤੇ ਜੋ ਕੁਛ ਕੀਤਾ ਸੀ ਉਹਨਾਂ ਨੇ। ਇਕੱਲੇ ਸਕੂਲ ਕਾਲਜਾਂ ਦੀ ਵਿੱਦਿਆ ਨਹੀਂ ਸੀ ਦਿੱਤੀ, ਉਹਨਾਂ ਨੇ ਅਧਿਆਤਮਿਕ ਵਿੱਦਿਆ ਵੀ ਦਿੱਤੀ ਸੀ। ਪਰਮੇਸ਼ਰ ਨੂੰ ਮਿਲਾਪ ਦੇ ਢੰਗ ਕਿਵੇਂ ਉਹਨੂੰ ਮਿਲ ਸਕਦੇ ਹਾਂ ਜਿਹਨੇ ਆਹ ਕਾਇਨਾਤ ਪੈਦਾ ਕੀਤੀ ਹੈ, ਸਾਰੀ ਸ੍ਰਿਸ਼ਟੀ।
ਉਹਨੂੰ ਮਿਲਣ ਦੇ ਸਾਧਨ ਕੀ ਹੈ? ਉਹ ਵੀ ਉਹਨਾਂ ਨੇ ਸਾਨੂੰ ਬਖਸ਼ਿਸ਼ ਕੀਤੇ। ਤੇ ਉਹ ਸਾਧਨਾਂ ਦਾ ਫਾਇਦਾ ਕੀ ਹੁੰਦਾ? ਅਧਿਆਤਮਿਕ ਸਾਧਨਾਂ ਦਾ, ਉਹਦੇ ਵਾਸਤੇ ਵੀ ਉਹਨਾਂ ਨੇ ਸਿੱਖਿਆ ਦਿੱਤੀ। ਅੱਜ ਅਸੀਂ ਉਹਨਾਂ ਦਾ ਯਾਦ ਵਿੱਚ ਜੁੜੇ ਹਾਂ। ਆਪਾਂ ਸਾਰੇ ਸਮਾਂ ਬਤੀਤ ਨਹੀਂ ਕਰ ਰਹੇ, ਸਮਾਂ ਸਫਲਾ ਕਰ ਰਹੇ ਹਾਂ। ਇਹ ਜਿਹੇ ਸਾਧੂ ਦੀ ਯਾਦ ਵਿੱਚ ਜੁੜਨ ਦਾ ਵੀ ਬੇਅੰਤ ਫਲ ਮੰਨਿਆ ਜਾਂਦਾ ਹੈ। ਸਾਡੇ ਜੀਵਨ ਦੇ ਵਿੱਚ ਕੋਈ ਬਦਲਾਅ ਆਉਂਦਾ ਹੈ ਉਹਨਾਂ ਦੀ ਸੰਗਤ ਕਰਨ ਦਾ, ਉਹਨਾਂ ਦੀ ਯਾਦ ਵਿੱਚ ਜੁੜਨ ਦੁਆਰਾ ਵੀ ਸਾਡਾ ਜੀਵਨ ਕੁਝ ਬਦਲਦਾ ਹੈ, ਚੇਂਜ ਆਉਂਦੀ ਹੈ ਇਹਦੇ ਵਿੱਚ। ਆਪਾਂ ਉਹਨਾਂ ਦੀ ਇੱਕ ਯਾਦ, ਅੰਮ੍ਰਿਤ ਪ੍ਰਚਾਰ ਤਾਂ ਮੈਂ ਬੇਨਤੀ ਕਰ ਹੀ ਦਿੱਤੀ ਵੀ 18 ਲੱਖ ਦੀ ਕਰੀਬ ਉਦੋਂ ਸੰਗਤ ਨੇ ਮੈਨੂੰ ਦੱਸਿਆ ਸੀ ਜਦੋਂ ਮੈਂ ਇਹਨਾਂ ਦੇ ਚਰਨਾਂ 'ਚ ਆਇਆ। ਗਿਆਨੀ ਮੋਹਨ ਸਿੰਘ ਹੋਣੀ ਇਹਨਾਂ ਦੇ ਚਰਨਾਂ 'ਚ ਵੀ ਉਦੋਂ ਕੀ ਆਏ ਸੀ, ਆਜ਼ਾਦ, ਜਿਨ੍ਹਾਂ ਨੇ ਕਈ ਪੁਸਤਕਾਂ ਲਿਖੀਆਂ ਹਨ। ਸੰਤ ਮਹਾਰਾਜ ਦਾ ਜੀਵਨ ਵੀ ਉਹਨਾਂ ਨੇ ਲਿਖਿਆ ਹੈ। ਕੀ ਨਾਮ ਉਹਨਾਂ ਦਾ? ਰੂਹਾਨੀ ਸੰਦੇਸ਼। ਰੂਹਾਨੀ ਸੰਦੇਸ਼। ਬਾਬਾ ਅਤਰ ਸਿੰਘ ਮਹਾਰਾਜ ਜੀ ਦਾ ਜੀਵਨ ਵੀ ਲਿਖਿਆ, ਰੇਰੂ ਸਾਹਿਬ ਵਾਲਿਆਂ ਦਾ, ਜਿਨ੍ਹਾਂ ਦੀ ਸੰਗਤ ਦੁਆਰਾ ਇੰਨੀ ਉਚਾਈ ਤੱਕ ਪਹੁੰਚੇ। ਤੇ ਸੰਤ ਬਾਬਾ ਕਰਮ ਸਿੰਘ ਮਹਾਰਾਜ ਜੀ ਦਾ ਵੀ ਜੀਵਨ ਉਹਨਾਂ ਨੇ ਆਪਣੀ ਕਲਮ ਤੋਂ ਲਿਖਿਆ ਹੈ, ਜਿਨ੍ਹਾਂ ਦੀ ਸੰਗਤ ਦੁਆਰਾ ਬਾਬਾ ਅਤਰ ਸਿੰਘ ਸਾਹਿਬ ਜੀ ਵਾਹਿਗੁਰੂ 'ਚ ਭੇਦ ਹੋ ਗਏ, ਪਰਮੇਸ਼ਰ ਰੂਪ ਹੋ ਗਏ। ਜੋ ਤਕੜੇ ਵਿਦਵਾਨ ਰਾੜੇ ਸਾਹਿਬ ਦੇ ਮੁਖੀ ਗਿਆਨੀ ਸੀ। ਇੱਕ ਵਾਰ, ਬਾਕੀ ਏਦਾਂ ਦੇ ਸਮੇਂ ਤਾਂ ਆਉਂਦੇ ਰਹਿੰਦੇ ਸੀ ਬਹੁਤ ਸਾਰੇ। ਇਹ ਵਿਲੱਖਣ ਹੈ ਦੁਨੀਆ ਤੋਂ, ਜਿਹੜਾ ਕੁਛ ਮੈਂ ਹੁਣ ਯਾਦ ਆਪਾਂ ਕਰਨ ਲੱਗਿਆ ਯਾਦ। ਇਹ ਦੁਨੀਆ ਉਦੋਂ ਇੰਨੀ ਸਾਇੰਸ ਨਹੀਂ ਸੀ ਜਦੋਂ ਦੀ ਮੈਂ ਗੱਲ ਕਰਦਾ। ਹੁਣ ਤਾਂ ਸਾਇੰਸ ਬਹੁਤ ਵਧੀ ਹੋਈ ਹੈ, ਤੇ ਪਰ ਉਹ ਹੁਣ ਦੀ ਸਾਇੰਸ ਦੇ ਵੀ ਬਸ ਦੀ ਗੱਲ ਨਹੀਂ ਹੈ। ਜੋ ਕੁਛ ਉਹ ਕਰ ਦਿੰਦੇ ਸੀ, ਉਹ ਇਸ ਲਈ ਕਰਦੇ ਸਨ ਕਿ ਉਹ ਜੁੜੇ ਸਨ ਮੂਲ ਨਾਲ, ਜਿੱਥੋਂ ਸਾਰੀ ਕਾਇਨਾਤ ਪੈਦਾ ਕੀਤੀ ਹੈ, ਜਿਸਨੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਜਿਹੜਾ ਠਾਕੁਰ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਤੇ ਕਰੋੜਾਂ ਬ੍ਰਹਿਮੰਡਾਂ ਨੂੰ ਰਚਣ ਵਾਲਾ ਹੈ। ਹੁਣ ਤਾਂ ਸਾਇੰਸ ਵੀ ਮੰਨਦੀ ਹੈ ਵੀ ਵਾਕਈ ਏਦਾਂ ਹੈ। ਗੁਰੂ ਨਾਨਕ ਮਹਾਰਾਜ ਦੇ ਬਚਨ, ਜਿਤਨੇ ਤਾਰੇ ਆਪਾਂ ਹਨੇਰੀ ਰਾਤ 'ਚ ਦੇਖਦੇ ਹਾਂ, ਇਹ ਸਾਰੇ ਇਕੱਲਾ ਇਕੱਲਾ ਬ੍ਰਹਿਮੰਡ ਹੀ ਹੈ। ਕੋਈ ਆਪਣੀ ਧਰਤੀ ਨਾਲੋਂ ਬਹੁਤ ਹੀ ਵੱਡਾ, ਕੋਈ ਏਡਾ ਕੁ ਹੈ, ਕੋਈ ਛੋਟਾ ਵੀ ਹੋਏਗਾ। ਜਿਹੜਾ ਇਹਨਾਂ ਸਾਰਿਆਂ ਨੂੰ ਰਚਣ ਵਾਲਾ ਹੈ, ਇਹਨਾਂ ਸਾਰਿਆਂ ਦੇ ਅੰਦਰ ਜਿਹੜੇ ਪ੍ਰਾਣੀ ਰਹਿੰਦੇ ਨੇ, ਕੀੜੀ ਤੋਂ ਲਾ ਕੇ ਹਾਥੀ ਤੱਕ, ਉਹਨਾਂ ਨੂੰ ਵੀ ਜੀਵਨ ਬਖਸ਼ਣ ਵਾਲਾ ਹੈ, ਸਾਹ ਦਿੰਦਾ ਹੈ, ਦਿਲ ਦੀ ਧੜਕਣ ਦਿੰਦਾ ਹੈ। ਜਿਹੜਾ ਪਰਮੇਸ਼ਰ ਹੱਥ ਪੈਰ ਦਿੰਦਾ ਹੈ, ਗਿਆਨ ਇੰਦਰੀ, ਅੱਖਾਂ ਦਿੰਦਾ ਹੈ, ਨੱਕ ਸਾਹ ਲੈਣ ਲਈ, ਸਮੈਲ ਕਰਨ ਲਈ, ਤੇ ਰਸਨਾ ਰਸ ਦਾ ਅਨੁਭਵ ਕਰਨ ਵਾਸਤੇ ਕੋਈ ਚੀਜ਼ ਪਈ ਹੈ, ਸਫੈਦ ਰੰਗ ਹੈ, ਆਪਾਂ ਨੂੰ ਪਤਾ ਨਹੀਂ ਖੱਟੀ ਹੈ, ਮਿੱਠੀ ਹੈ, ਕੌੜੀ ਹੈ। ਜਦ ਆਪਾਂ ਥੋੜੀ ਜਿਹੀ ਰਸਨਾ ਨੂੰ ਲਾਉਂਦੇ ਹਾਂ, ਉਹ ਦੱਸ ਦਿੰਦੀ ਹੈ ਕਿ ਖੱਟ ਮਿੱਠੀ ਹੈ ਜਾਂ ਇੱਦਾਂ ਦਾ ਟੇਸਟ ਹੈ। ਉਸੇ ਦੀ ਸੱਤਾ ਨਾਲ ਉਹ ਦੱਸ ਸਕਦੀ ਹੈ। ਸਾਡੀ ਜੀਭ ਭਾਵੇਂ ਉਹਦੇ ਵਿੱਚ ਕੋਈ ਹੱਡੀ ਨਹੀਂ ਮੰਨੀ ਜਾਂਦੀ, ਮਾਸ ਦੀ ਹੈ, ਇੱਕ ਛੋਟਾ ਜਿਹਾ ਮਾਸ ਦਾ ਟੁਕੜਾ ਹੀ ਹੈ,
ਤੇ ਉਹਦੇ ਵਿੱਚ ਬੋਲਣ ਦੀ ਸ਼ਕਤੀ ਵੀ ਹੈ। ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਹਨੇ ਉਹ ਸਾਨੂੰ ਜਿਹਵਾ ਵੀ ਦਿੱਤੀ ਹੈ ਤੇ ਰਸਨਾ ਰਸ ਦਾ ਅਨੁਭਵ ਕਰਨ ਵਾਸਤੇ। ਉਹ ਇੱਕ ਵਸਤੂ ਵਿੱਚ ਦੋ ਇੰਦਰੇ ਨੇ, ਗਿਆਨ ਇੰਦਰਾ ਤੇ ਕਰਮ ਇੰਦਰਾ, ਜਿਨ੍ਹਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਉਹ ਪਰਮੇਸ਼ਰ, ਪਾਰ ਬ੍ਰਹਮ ਪਰਮੇਸ਼ਰ ਇਤਨਾ ਵੱਡਾ, ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਵਾ। ਜਿਹਦੀ ਉਹਦੇ ਨਾਲ ਆੜੀ ਪੈ ਜੇ, ਆਪਣੇ ਪੰਜਾਬੀ 'ਚ ਤਾਂ ਦੱਸਦੇ ਨੇ ਕਿ ਜੇ ਕਦੇ ਥਾਣੇਦਾਰ ਦਾ ਬੋਝਾ ਸਿੱਟਿਆ ਹੋਵੇ ਤਾਂ ਉਹ ਦੂਜਿਆਂ 'ਚ ਨਹੀਂ ਰਲਦੀ। ਥੋੜੀ ਜਿਹੀ ਕਿਸੇ ਵੱਡੇ ਆਦਮੀ ਮਾੜੀ ਮੋਟੀ ਸਹਿਯੋਗ ਪੈ ਜੇ, ਬਣ ਜਾਏ, ਤਾਂ ਉਹ ਆਦਮੀ ਦੂਜਿਆਂ 'ਚ ਨਹੀਂ ਰਲਦਾ ਵੀ ਮੇਰੀ ਤਾਂ ਤਾਕਤ ਹੈ। ਵਜ਼ੀਰਾਂ ਤੱਕ ਕਿਸੇ ਦੀ ਅਪਰੋਚ ਹੋ ਜੇ ਉਹ ਤਾਂ ਫਿਰ ਜ਼ਿਆਦਾ ਹੰਕਾਰ ਜਾਂਦਾ ਹੈ। ਉਹ ਐਡੇ ਵੱਡੇ ਪਰਮੇਸ਼ਰ ਨਾਲ ਜਿਸ ਦੀ ਸਾਂਝ ਬਣ ਜਾਏ, ਜਿਸ ਨੂੰ ਉਹ ਪਿਆਰ ਕਰਨ ਲੱਗ ਜਾਏ, ਐਡਾ ਵੱਡਾ ਪਰਮੇਸ਼ਰ ਆਪਣੇ ਪਿਆਰਿਆਂ ਨੂੰ, ਜਿਹਦਾ ਇੱਥੇ ਤੱਕ ਕਹਿਣ ਲੱਗ ਜਾਏ ਮੇਰੀ ਬੰਦੀ ਭਗਤ ਛੁਡਾਵੈ, ਬੰਦ ਹੈ ਭਗਤ ਨਾ ਛੂਟੈ ਮੋਹੀ। ਮੇਰੇ ਕੀਤੇ ਹੋਏ ਨੂੰ ਮੇਰਾ ਪਿਆਰਾ ਬਦਲ ਸਕਦਾ ਹੈ, ਪਰ ਮੇਰੇ ਪਿਆਰੇ ਦਾ ਕੀਤਾ ਹੋਇਆ ਮੇਰੇ ਵਿੱਚ ਸਮਰੱਥਾ ਨਹੀਂ ਮੈਂ ਬਦਲ ਦਿਆਂ। ਜਿਹੜਾ ਰੱਬ ਜਿਨ੍ਹਾਂ ਨੂੰ ਇੱਥੇ ਤੱਕ ਕਹਿੰਦਾ ਹੈ, ਉਹ ਸਤਿਪੁਰਸ਼ ਦੀ ਯਾਦ ਵਿੱਚ ਆਪ ਜੀ ਆਪਾਂ ਸਾਰੇ ਬੈਠੇ ਹਾਂ। ਛੋਟੀ ਜਿਹੀ ਆਪਾਂ ਇੱਕ ਯਾਦ ਕਰ ਲੈਂਦੇ ਹਾਂ ਉਹਨਾਂ ਦੀ ਵਾਰਤਾ। ਫੁੱਟੇ ਪਿੰਡ ਤੋਂ 2 ਮੀਲ ਦੇ ਫਾਸਲੇ ਤੇ ਇੱਕ ਵੱਡੀ ਪਿੰਡ ਹੈ, ਤੁਸੀਂ ਤਾਂ ਸਾਰੇ ਜਾਣਦੇ ਹੋਵੋਗੇ। ਉੱਥੇ ਇੱਕ ਮਿਸਤਰੀਆਂ ਦਾ ਘਰ ਸੀ ਤੇ ਉਹ 3-4 ਭਰਾ ਸੀ। ਇੱਕ ਤਾਂ ਬਚਨ ਸਿੰਘ ਸੀ, ਉਹ ਪੁੱਟੇ ਸਾਡੇ ਕੋਲ ਵੀ ਆਉਂਦਾ ਹੁੰਦਾ ਸੀ। ਇੱਕ ਇਹਨਾਂ ਦਾ ਪਿਤਾ ਵੱਡਾ ਭਰਾ ਸੀ, ਉਹ ਹਰਨਾਮ ਸਿੰਘ ਸੀ ਉਹਦਾ ਨਾਮ। ਉਹਨੂੰ ਕੋਈ ਬਿਮਾਰੀ ਲੱਗ ਗਈ, ਉਦੋਂ ਤਾਂ ਬਹੁਤ ਸਾਰੇ ਬਿਮਾਰੀਆਂ ਦਾ ਨਹੀਂ ਸੀ ਇਲਾਜ, ਸ਼ਾਇਦ ਹੱਡੀਆਂ ਦੀ ਟੀਵੀ ਹੋਵੇ ਜਾਂ ਹੋਰ। ਉਹ ਬਿਮਾਰੀ ਦੇ ਕਾਰਨ ਕਰਕੇ ਰੀੜ੍ਹ ਦੀ ਹੱਡੀ ਉਸਦੀ ਟੁੱਟ ਗਈ। ਉਦੋਂ ਇੰਨੀ ਖੋਜ ਨਹੀਂ ਸੀ ਜਿੰਨੀ ਹੁਣ ਖੋਜ ਹੈ। ਪਰ ਰੀੜ੍ਹ ਦੀ ਹੱਡੀ 'ਚ ਤਾਂ ਥੋੜਾ ਨੁਕਸ ਪੈ ਜਾਏ ਹੁਣ ਵੀ ਨਹੀਂ ਦੁਨੀਆ ਦੇ ਡਾਕਟਰਾਂ ਤੋਂ ਨਿਕਲਦਾ, ਉਹ ਵੀ ਹੱਥ ਖੜੇ ਕਰ ਦਿੰਦੇ। ਜਿਹੜੀ ਰੀੜ੍ਹ ਦੀ ਹੱਡੀ ਟੁੱਟੀ ਜਾਵੇ ਕਿਸੇ ਬਿਮਾਰੀ ਦੇ ਜਨਮ, ਉਹਨੂੰ ਖਾ ਕੇ ਤੋੜ ਦੇਣ, ਜਿਹਦਾ ਥੱਲੇ ਵਾਲਾ ਹਿੱਸਾ ਵੱਖਰਾ ਹੋ ਜਾਏ ਤੇ ਉੱਪਰਲਾ ਵੱਖਰਾ, ਉਹਨੂੰ ਕਿਹੜਾ ਡਾਕਟਰ ਸੰਸਾਰ ਵਿੱਚ ਹੱਥ ਪਾਏਗਾ। ਉਸ ਸਮੇਂ ਦੇ ਜਿੰਨੇ ਡਾਕਟਰ ਸੀ, ਵੱਡੇ ਵੱਡੇ ਹਸਪੀਟਲ ਜਿੱਥੇ ਤੱਕ ਸੀ ਉਹਨਾਂ ਦੀ ਪਹੁੰਚ, ਸਾਰਿਆਂ ਕੋਲ ਗਏ। ਉਹ ਕਹਿੰਦੇ ਇਹਨਾਂ ਦਾ ਦੁਨੀਆ 'ਚ ਕਿਤੇ ਇਲਾਜ ਹੈ ਨਹੀਂ। ਇਹਦੀ ਰੀੜ੍ਹ ਦੀ ਹੱਡੀ ਟੁੱਟ ਗਈ, ਨਾ ਹੱਥ ਹਿਲਾ ਸਕਦਾ ਸੀ ਨਾ ਪੈਰ ਹਿਲਾ ਸਕਦਾ ਸੀ। ਆਪਣੀ ਕਿਰਿਆ ਵਗੈਰਾ ਵੀ ਉਹਦੇ ਭਰਾ ਹੀ ਸਾਰਾ ਕੁਝ ਕਰਦੇ ਸਨ। ਮੂੰਹ 'ਚ ਵੀ ਜੇ ਕੁਝ ਪਾਉਣਾ ਤਾਂ ਰੋਟੀ ਵੀ ਦੂਜੇ ਹੀ ਪਾਉਂਦੇ ਸਨ, ਕੱਪੜੇ ਬਦਲਨੇ ਆ, ਸਾਰਾ ਕੁਝ ਜੋ ਕੁਝ ਕਰਨਾ ਹੈ ਉਹਦੇ ਭਰਾ ਹੀ ਕਰਦੇ ਸਨ। ਕਿੱਦਾਂ ਦੀ ਜ਼ਿੰਦਗੀ, ਇੱਕ ਲੋਥ ਵਰਗੀ ਜ਼ਿੰਦਗੀ ਸੀ। ਇੱਕ ਵਾਰ ਇਹ ਸਾਰੇ ਪਰਿਵਾਰ ਦੇ ਮੈਂਬਰ ਇਕੱਠੇ ਹੋ ਕੇ, ਹਰਨਾਮ ਸਿੰਘ ਦੇ ਭਰਾ, ਸ਼ਾਇਦ ਇਹਨਾਂ ਦਾ ਮਾਤਾ ਪਿਤਾ ਵੀ ਹੋਵੇ, ਸੰਤ ਮਹਾਰਾਜ ਦੇ ਚਰਨਾਂ 'ਚ ਰਾੜੇ ਸਾਹਿਬ ਆ ਗਏ। ਰਾੜੇ ਸਾਹਿਬ ਉਹਨਾਂ ਦਾ ਸਮਾਂ ਹੁੰਦਾ ਸੀ, ਕੁਰਸੀ ਤੇ ਬੈਠਦੇ ਸੀ ਤੇ ਸਾਰਿਆਂ ਦੇ ਦੁੱਖ ਸੁੱਖ ਸੁਣਦੇ ਸਨ। ਨਿਯਤ ਸਮਾਂ ਹੁੰਦਾ ਸੀ। ਤੇ ਕੁਝ ਸਮਾਂ ਹੁੰਦਾ ਸੀ ਜਿਨ੍ਹਾਂ ਨੇ ਪਰਮਾਰਥ ਦੇ ਬਚਨ ਕਰਨੇ ਹੁੰਦੇ ਸੀ, ਰੱਬ ਸੰਬੰਧੀ, ਵੀ ਮਹਾਰਾਜ ਅਸੀਂ ਕਿਵੇਂ ਮਿਲ ਸਕਦੇ ਹਾਂ ਉਸ ਰੱਬ ਨੂੰ ਜਿਹੜਾ ਇੱਕ ਹੈ ਔਰ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ। ਕੋਟ ਬ੍ਰਹਿਮੰਡ ਕੋ ਠਾਕਰ ਸੁਆਮੀ, ਜਿਸਨੇ ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਣ ਲਾਏ। ਕਰੋੜਾਂ ਸ਼ਿਵ ਜੀ ਪੈਦਾ ਕਰਕੇ ਖਪਾ ਦਿੱਤੇ ਤੇ ਫੇਰ ਰਚ ਦਿੱਤੇ।
ਕਰੋੜਾਂ ਬ੍ਰਹਮੇ ਸ੍ਰਿਸ਼ਟੀਆਂ ਨੂੰ ਪੈਦਾ ਕਰਨ ਵਾਸਤੇ ਜਿਸਨੇ ਪੈਦਾ ਕੀਤੇ ਨੇ, ਜਿਸ ਦੀ ਉਹਦੇ ਨਾਲ ਮੁਹੱਬਤ ਹੋ ਜਾਏ, ਉਹ ਤੁਸੀਂ ਆਪ ਹੀ ਦੱਸ ਦਿਓ ਮੁਹੱਬਤ ਹੈਗੀ ਸੀ ਕਿ ਨਹੀਂ ਜਦ ਆਪਾਂ ਸਾਖੀ ਯਾਦ ਕਰਦੇ ਹਾਂ। ਉਹ ਕਹਿਣ ਲੱਗੇ ਮਹਾਰਾਜ ਸਾਡਾ ਵੱਡਾ ਭਰਾ ਹੈ ਹਰਨਾਮ ਸਿੰਘ, ਕੁਵੱਦੀ ਤੋਂ ਆਏ ਆ, ਕਿਸੇ ਬਿਮਾਰੀ ਦੇ ਕਾਰਨ ਕਰਕੇ ਉਹਦੀ ਹੱਡੀ ਜਿਹੜੀ ਰੀੜ੍ਹ ਦੀ ਹੱਡੀ ਹੈ ਉਹ ਖਾਲੀ ਟੁੱਟ ਗਈ ਕਿਸੇ ਜਰਮ ਦੀ ਵਜ੍ਹਾ ਕਰਕੇ। ਉਦੋਂ ਟੀਵੀ ਦਾ ਵੀ ਇਲਾਜ ਨਹੀਂ ਸੀ ਹੁੰਦਾ, ਕੋਈ ਹੱਡੀਆਂ ਦੀ ਟੀਵੀ ਸ਼ਾਇਦ ਹੋਵੇ। ਤੇ ਮਹਾਰਾਜ ਉਹਦੀ ਜ਼ਿੰਦਗੀ ਨਰਕ ਤੋਂ ਪੈੜੀ ਹੈ, ਕਿਰਿਆ ਵਗੈਰਾ ਵੀ ਮੰਜੇ ਤੇ ਹੀ ਕਰਦਾ ਹੈ, ਕੱਪੜੇ ਵੀ ਨਹੀਂ ਬਦਲ ਸਕਦਾ, ਰੋਟੀ ਵੀ ਨਹੀਂ ਖਾ ਸਕਦਾ, ਪਾਣੀ ਵੀ ਨਹੀਂ ਪੀ ਸਕਦਾ, ਸਾਰਾ ਕੁਝ ਸਾਨੂੰ ਕਰਨਾ ਪੈਂਦਾ ਹੈ। ਕਿਰਪਾ ਕਰੋ ਸੱਚੇ ਪਾਤਸ਼ਾਹ, ਜੇ ਉਹਦਾ ਨਹੀਂ ਇਲਾਜ ਹੁੰਦਾ ਤਾਂ ਉਹਨੂੰ ਗਾਹਾਂ ਹੀ ਤੋਰ ਦਿਓ। ਡਾਕਟਰਾਂ ਨੇ ਜਿੱਥੇ ਤੱਕ ਸਾਡੀ ਪਹੁੰਚ ਸੀ ਅਸੀਂ ਗਏ ਹਾਂ, ਦਿੱਲੀ ਤੱਕ ਵੀ, ਸਭ ਨੇ ਕਿਹਾ ਇਹਦਾ ਇਲਾਜ ਦੁਨੀਆ 'ਚ ਕੋਈ ਹੈ ਨਹੀਂ। ਐ ਤੜਫ ਤੜਫ ਮਰਨ ਦਾ ਸਾਡੇ ਕੋਲ ਵੀ ਨਹੀਂ ਦੇਖ ਹੁੰਦਾ, ਸਾਰਾ ਦਿਨ ਅਸੀਂ ਉਸੇ ਦੀ ਸੇਵਾ 'ਚ ਲੱਗੇ ਰਹਿੰਦੇ ਹਾਂ। ਮਹਾਰਾਜ ਤੁਸੀਂ ਕਿਰਪਾ ਕਰੋ ਉਹਦਾ ਛੁਟਕਾਰਾ ਹੀ ਕਰਾ ਦਿਓ। ਫਿਰ ਸੰਤ ਮਹਾਰਾਜ ਜੀ ਉਹਨਾਂ ਦੀਆਂ ਗੱਲਾਂ ਸੁਣ ਕੇ ਹੱਸ ਪਏ, ਕਹਿਣ ਲੱਗੇ ਗੁਰਮੁਖੋ ਇਹ ਗੁਰੂ ਨਾਨਕ ਦਾ ਘਰ ਹੈ, ਇਹ ਉਹ ਘਰ ਹੈ ਜਿਨ੍ਹਾਂ ਦੇ ਚਰਨਾਂ ਵਿੱਚ ਪ੍ਰੇਮਾ ਕੋੜੀ ਆਇਆ ਸੀ ਤੀਸਰੇ ਗੁਰੂ ਨਾਨਕ ਮਹਾਰਾਜ ਦੇ ਸ਼ਰਨ ਵਿੱਚ। ਉਹਨੂੰ ਸੀਹੇ ਕੋੜ ਵੀ ਠੀਕ ਕਰ ਦਿੱਤਾ, ਦੂਰੋਂ ਸਮੈਲ ਆਉਂਦੀ ਸੀ, ਕੋਈ ਨੇੜਦੀ ਨਹੀਂ ਸੀ ਲੰਘਦਾ ਡਰਦਾ ਹੋਇਆ। ਦਰਬਾਰ ਦੇ ਬਾਹਰਲੇ ਪਾਸੇ ਬੈਠਾ ਸੀ, ਗਿਆ ਕਛੋਟਾ ਲੱਦਾ, ਗਿਆ ਕਛੋਟਾ ਲੱਦਾ, ਮੇਰਾ ਕੋੜ ਚਲਿਆ ਗਿਆ, ਮੈਂ ਵਾਪਸ ਪ੍ਰਾਪਤ ਕਰ ਲਿਆ ਆਪਣਾ ਸਰੀਰ। ਉਹੀ ਜਾਣਦਾ ਸੀ ਕੀ ਕਹਿੰਦਾ। ਇੱਕ ਦਿਨ ਆਇਆ ਤੀਸਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਉਹਨੂੰ ਬੁਲਾਓ ਜਿਹੜਾ ਕੋੜੀ ਬਾਹਰ ਬੈਠਾ, ਜਿਹੜਾ ਕਹਿੰਦਾ ਗਿਆ ਕਛੋਟਾ ਲੱਦਾ, ਇਸ਼ਨਾਨ ਕਰਕੇ ਸੁੱਚੇ ਸਾਫ਼ ਕੱਪੜੇ ਪਾ ਕੇ ਦਰਬਾਰ ਵਿੱਚ ਹਾਜ਼ਰ ਕਰੋ। ਉਹਦੇ ਨੇੜਦੀ ਨਹੀਂ ਸੀ ਕੋਈ ਲੰਘਦਾ, ਇੰਨਾ ਸਮੈਲ ਆਉਂਦੀ ਸੀ, ਰਾਤ ਪੂੰ ਵਗਦੀ ਸੀ ਉਹਦੇ ਸਰੀਰ ਵਿੱਚੋਂ, ਕੋੜ ਸੀ। ਪਰ ਹੁਕਮ ਸੀ ਤੀਜੇ ਗੁਰੂ ਨਾਨਕ ਮਹਾਰਾਜ ਜੀ ਦਾ, ਉਹਨੂੰ ਇਸ਼ਨਾਨ ਪ੍ਰਾਨ ਕਰਾ ਕੇ ਕੱਪੜੇ ਸਾਫ਼ ਪਵਾ ਕੇ ਸਾਡੇ ਇੱਥੇ ਦਰਬਾਰ 'ਚ ਲੈ ਕੇ ਆਓ। ਗੁਰੂ ਦਾ ਹੁਕਮ ਕਿਹੜਾ ਨਾ ਮੰਨੇ, ਸਭ ਦਾ ਹੀ ਮਨ ਕਰਦਾ ਗੁਰੂ ਦੀ ਖੁਸ਼ੀ ਲੈ ਲਵਾਂ। ਕੁਛ ਸਿੱਖਾਂ ਨੇ ਉੱਠ ਕੇ ਆਪਦੇ ਮੂੰਹ ਤੇ ਕੱਪੜਾ ਪਾ ਕੇ, ਕਿਉਂਕਿ ਸਮੈਲ ਆਉਂਦੀ ਸੀ, ਤੇ ਉਹਦਾ ਇਸ਼ਨਾਨ ਕਰਾਇਆ, ਇਸ਼ਨਾਨ ਕਰਾ ਕੇ ਸਾਫ਼ ਕੱਪੜੇ ਪਾ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲਿਆਂਦਾ ਦਰਬਾਰ ਵਿੱਚ। ਇਹ ਸਾਖੀ ਸੁਣਾਈ ਸੰਤ ਮਹਾਰਾਜ ਜੀ ਨੇ ਉਹਨਾਂ ਨੂੰ ਜਿਹੜੇ ਇਸ ਵਾਸਤੇ ਆਏ ਸਨ ਕਿ ਮਹਾਰਾਜ ਤੋਂ ਛੁਟਕਾਰਾ ਕਰਾ ਦਿਓ, ਇਹ ਮਰ ਜੇ ਸਾਡਾ ਭਰਾ। ਇਹਦੇ ਚੋਂ ਇਹ ਵੀ ਸਾਬਤ ਹੁੰਦਾ ਦੁਨੀਆ ਦੇ ਪਿਆਰ ਇੱਥੇ ਤੱਕ ਹੀ ਹੈ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰਾ। ਨੌਵੇਂ ਪਾਤਸ਼ਾਹ ਦੀ ਬਾਣੀ ਤੁਸੀਂ ਪੜ੍ਹਦੇ ਹੋ, ਸੁਣਦੇ ਹੋ। ਬਿਪਤ ਪਰੀ ਸਭ ਹੀ ਸੰਗ ਛਾੜਤ, ਕੋਊ ਨਾ ਆਵਤ ਨੇਰਾ। ਜਦ ਬਿਪਤਾ ਪੈਂਦੀ ਹੈ ਸਾਰੇ ਛੱਡ ਕੇ ਪਾਸੇ ਹੋ ਜਾਂਦੇ ਨੇ। ਆਪਾਂ ਦੇਖਦੇ ਹਾਂ ਜਿਹੜੇ ਧਿਆਨ ਦੇਣ ਵਾਲੇ ਆ ਗੁਰਮੁਖ, ਜੋ ਗੁਰੂ ਪਾਤਸ਼ਾਹ ਨੇ ਲਿਖਿਆ ਬਾਣੀ 'ਚ ਇੱਕ ਇੱਕ ਸ਼ਬਦ ਪੂਰਨ ਸਚਾਈ ਹੈ। ਮਹਾਰਾਜ ਜੀ ਨੇ ਉਹ ਸਾਖੀ ਸੁਣਾਈ, ਕਹਿੰਦੇ ਸਾਹਮਣੇ ਲਿਆਂਦਾ ਉੱਤੇ ਕੱਪੜਾ ਦੇ ਕੇ, ਕਿਉਂਕਿ ਸਾਰੇ ਸਰੀਰ ਵਿੱਚੋਂ ਪਸ਼ੂ ਪਸ ਖੂਨ ਵਗਦਾ ਸੀ। ਉੱਤੇ ਕੱਪੜਾ ਲੈ ਕੇ ਦਰਬਾਰ ਦੇ ਸਾਹਮਣੇ ਬਿਠਾ ਦਿੱਤਾ। ਗੁਰੂ ਪਾਤਸ਼ਾਹ ਕਹਿੰਦੇ ਕੱਪੜਾ ਲਾਹੋ ਇਹਦੇ ਉੱਤੋਂ। ਕੱਪੜਾ ਲਾਹਿਆ, ਹਜ਼ੂਰ ਪਾਤਸ਼ਾਹ ਦੀ ਦ੍ਰਿਸ਼ਟੀ ਪਈ,
ਉਹਦਾ ਸਰੀਰ ਕੰਚਨ ਵਰਗਾ ਹੋ ਗਿਆ, ਇੰਨਾ ਸੁੰਦਰ ਲੱਗੇ। ਮਹਾਰਾਜ ਜੀ ਕਹਿੰਦੇ ਉਹ ਤੁਸੀਂ ਇਹਨੂੰ ਕਹਿੰਦੇ ਸੀ ਕੋੜੀ ਹੈ, ਇਹ ਤਾਂ ਆਏ ਆ ਕਿ ਜਿਵੇਂ ਕਿਸੇ ਰਾਜੇ ਦਾ ਸਾਹਿਬਜ਼ਾਦਾ ਹੁੰਦਾ। ਸਾਰੇ ਲੋਕ ਕਹਿਣ ਲੱਗੇ ਹਾਂ ਸੱਚੇ ਪਾਤਸ਼ਾਹ, ਹੁਣ ਤਾਂ ਆਪ ਜੀ ਨੇ ਇਦਾਂ ਹੀ ਕਰ ਦਿੱਤਾ ਇਸ ਨੂੰ, ਕਿੰਨਾ ਸੁੰਦਰ ਸਰੀਰ ਹੈ ਇਸਦਾ, ਕੋੜ ਦਾ ਪਤਾ ਹੀ ਨਹੀਂ ਕਿੱਥੇ ਚਲਿਆ ਗਿਆ। ਕਹਿੰਦੇ ਵੀ ਹੁਣ ਇੱਕ ਕੰਮ ਕਰੋ ਹੋਰ। ਕਹਿੰਦੇ ਮਹਾਰਾਜ ਦੱਸੋ। ਇਹਨੂੰ ਕਹਿੰਦੇ ਕੋਈ ਆਪਣੀ ਲਟਕੀ ਦਿਓ। ਉੱਥੇ ਇੱਕ ਸਿੰਘਾਂ ਉੱਪਲ ਨਾਮ ਦਾ ਸਿੱਖ ਸੀ, ਸੇਵਾ ਕਰਦਾ ਸੀ, ਪਰ ਗੁਰੂ ਨੂੰ ਪਰਮੇਸ਼ਰ ਜਾਣ ਕੇ ਸੇਵਾ ਕਰਦਾ ਸੀ। ਤੀਸਰੇ ਪਾਤਸ਼ਾਹ ਮਹਾਰਾਜ ਜੀ ਨੂੰ ਸਾਖਸ਼ਾਤ ਪਾਰ ਬ੍ਰਹਮ ਪਰਮੇਸ਼ਰ ਕਰਕੇ ਜਾਣ ਕਰ, ਗੁਰ ਪਰਮੇਸ਼ਰ ਇੱਕੋ ਜਾਣ। ਉਹਨੇ ਆਪਣੀ ਲਟਕੀ ਨੂੰ, ਉੱਥੇ ਉਹ ਵੀ ਆਈ ਹੋਈ ਸੀ ਸੇਵਾ 'ਚ, ਲਿਆ ਕੇ ਹਜੂਰ ਮਹਾਰਾਜ ਕਹਿੰਦੇ ਇਹਦੇ ਬਰੋਬਰ ਬਿਠਾ ਦਿਓ। ਬਰੋਬਰ ਬਿਠਾ ਦਿੱਤਾ ਗਿਆ, ਗੁਰੂ ਦਾ ਹੁਕਮ। ਇਹ ਸਾਖੀ ਹਜੂਰ ਮਹਾਰਾਜ ਨੇ ਸੁਣਾਈ ਸੀ ਉਹਨਾਂ ਨੂੰ, ਜਿਹੜੇ ਕਹਿੰਦੇ ਸੀ ਮਹਾਰਾਜ ਇਹ ਤੇ ਛੁਟਕਾਰਾ ਦਵਾਓ, ਇਹਨੂੰ ਗਾਹਾਂ ਕਰ ਦਿਓ। ਹੁਣ ਤੇ ਉੱਪਲ ਦੇ ਘਰੋਂ ਲੰਗਰ 'ਚ ਪ੍ਰਸ਼ਾਦੇ ਬਣਾਉਂਦੀ ਸੀ ਉੱਪਲ ਸਿੰਘੇ ਦੇ ਘਰ ਵਾਲੀ, ਜਿਹਦੀ ਉਹ ਲਟਕੀ ਸੀ। ਕਿਸੇ ਨੇ ਦੱਸਿਆ ਕੋੜੀ ਨਾ ਮਹਾਰਾਜ ਦਾ ਵਿਆਹ ਕਰਨ ਲੱਗੇ, ਪਤਾ ਹੀ ਨਹੀਂ ਉਹਦੀ ਜਾਤ ਕੀ ਹੈ, ਕੌਣ ਹੈ ਕੌਣ ਨਹੀਂ। ਨੱਠ ਕੇ ਆਈ, ਪ੍ਰਸ਼ਾਦੇ ਵਿੱਚ ਹੀ ਛੱਡ ਕੇ। ਸਰਦਾ ਦੀ ਗੱਲ ਹੁੰਦੀ ਹੈ। ਕਹਿਣ ਲੱਗੀ ਸੱਚੇ ਪਾਤਸ਼ਾਹ ਇਹ ਕੀ ਜ਼ੁਲਮ ਕਰ ਦਿਓ ਸਾਡੇ ਨਾਲ, ਇਹਦੀ ਜਾਤ ਨਹੀਂ ਪਾਤ ਨਹੀਂ, ਪਤਾ ਨਹੀਂ ਕੌਣ ਹੈ ਕੌਣ ਨਹੀਂ, ਇਹ ਕੋੜੀ ਨਾਲ ਮੇਰੀ ਕੁੜੀ ਦਾ ਵਿਆਹ ਕਰਨ ਲੱਗਿਓ। ਗੁਰੂ ਮਹਾਰਾਜ ਜੀ ਕਹਿੰਦੇ ਇਹਦੀ ਜਾਤ ਪਾਤ ਮੈਂ ਹੀ ਹਾਂ, ਮੇਰਾ ਪੁੱਤਰ ਹੈ ਇਹ, ਮੇਰੀ ਜਾਤ ਹੀ ਫਿਰ ਇਹਦੀ ਜਾਤ ਹੋਈ। ਮੈਂ ਆਪਦੇ ਪੁੱਤਰ ਨਾਲ ਵਿਆਹ ਕਰਦਾ ਤੁਹਾਡੀ ਕੁੜੀ ਦਾ। ਚੁੱਪ ਕਰ ਗਈ ਉਹ ਵਿਚਾਰੀ, ਕੀ ਕਰੇ। ਗੁਰੂ ਪਾਤਸ਼ਾਹ ਨੇ ਦਰਜਾ ਹੀ ਐਡਾ ਵੱਡਾ ਦੇ ਦਿੱਤਾ, ਕਿਰਪਾਲੂ ਪਰਮੇਸ਼ਰ। ਹਜੂਰ ਮਹਾਰਾਜ ਨੇ ਸ਼ਾਦੀ ਕਰ ਦਿੱਤੀ, ਪਾਠ ਕੀਤਾ ਗਿਆ, ਆਨੰਦ ਸਾਹਿਬ ਆਦਿਕ ਜਿਹੜੀ ਮਰਜ਼ਾਦਾ ਸੀ ਉਦੋਂ। ਗੁਰੂ ਮਹਾਰਾਜ ਜੀ ਨੇ ਦੱਸ ਹੀ ਦਿੱਤਾ ਸੀ, ਮਹਾਰਾਜ ਨੂੰ ਪਤਾ ਹੀ ਸੀ ਇਹਦਾ ਨਾਂ ਪ੍ਰੇਮਾ ਕੋੜੀ ਹੈ, ਜਿਹੜਾ ਕੋੜ ਜਿਹਨੂੰ ਹੋਇਆ ਸੀ। ਮਹਾਰਾਜ ਕਹਿੰਦੇ ਅੱਜ ਤੋਂ ਮੇਰੇ ਪੁੱਤਰ ਦਾ ਨਾਮ ਮੁਰਾਰੀ ਹੈ, ਇਹਨੂੰ ਪ੍ਰੇਮਾ ਕੋੜੀ ਨਾ ਕਿਹਾ ਕਰੋ ਕੋਈ ਵੀ। ਆ ਜਿਹੜੀ ਲਟਕੀ ਹੈ ਇਹ ਵੀ ਮੇਰੀ ਹੈ, ਕਹਿੰਦੇ ਸਿੰਘੇ ਉੱਪਲ ਦੀ, ਇਹਦਾ ਨਾਮ ਮਥੋ ਹੈ। ਉਹ ਤੁਸੀਂ ਇਹਨੂੰ ਕੋੜੀ ਕਹਿੰਦੇ ਹੋ, ਇਹਦਾ ਤਾਂ ਨਾਂ ਲੈਣ ਵਾਲੇ ਵੀ ਤਰ ਜਾਣਗੇ। ਮਥੋ ਮੁਰਾਰੀ ਮਥੋ ਮੁਰਾਰੀ ਮਥੋ ਮੁਰਾਰੀ, ਜਿਹੜੇ ਨਾਮ ਜਪਣਗੇ ਉਹ ਵੀ ਤਰ ਜਾਣਗੇ। ਮਹਾਰਾਜ ਜੀ ਨੇ ਉਸਨੂੰ ਇੱਕ ਇਲਾਕੇ ਦਾ ਮਸੰਦ ਥਾਪ ਕੇ, ਤੂੰ ਤਰ ਗਿਆ, ਤੂੰ ਹੁਣ ਸੰਗਤ ਦਾ ਵੀ ਭਲਾ ਕਰ, ਤੇ ਤੈਨੂੰ ਤਾਂ ਗੁਰੂ ਨਾਨਕ ਮਹਾਰਾਜ ਨੇ ਪਰਮੇਸ਼ਰੀ ਬਣਾ ਦਿੱਤਾ, ਹੁਣ ਸੰਗਤ ਨੂੰ ਵੀ ਪਰਮੇਸ਼ਰ ਬਣਾ। ਉਹਦੀ ਡਿਊਟੀ ਲਾ ਦਿੱਤੀ ਇੱਕ ਇਲਾਕੇ ਵਿੱਚ ਸਿੱਖੀ ਦੇ ਪ੍ਰਚਾਰ ਦੀ। ਆਪ ਤਰੇ ਸਗਲੇ ਕੁਲ ਤਾਰੇ। ਫਿਰ ਉਹਨੇ ਸਾਰਾ ਕੁਛ ਏਦਾਂ ਕੀਤਾ। ਉਹ ਤੁਸੀਂ ਕਹਿੰਦੇ ਇਹਨੂੰ ਗਾਹਾਂ ਚਲਾਉਣ ਦੀ ਗੱਲ ਕਰਦੇ ਹੋ, ਇਹ ਕਿਹੜਾ ਘਰ ਹੈ? ਉਹ ਘਰ ਹੈ ਗੁਰੂ ਨਾਨਕ ਮਹਾਰਾਜ ਜੀ ਦਾ। ਮਹਾਰਾਜ ਨੇ ਏਦਾਂ ਦੇ ਕਈ ਬਚਨ ਸੁਣਾਏ, ਕਹਿੰਦੇ ਸੱਚੇ ਪਾਤਸ਼ਾਹ ਇਹਦੀ ਰੀੜ ਦੀ ਹੱਡੀ ਟੁੱਟ ਗਈ, ਇਹਦਾ ਕੁਛ ਇਲਾਜ ਹੈ ਨਹੀਂ, ਹੁਣ ਕੀ ਬਣ ਸਕਦਾ? ਚੰਗਾ, ਕਹਿੰਦੇ ਏਦਾਂ ਕਰੋ, ਕੁਵੱਦੀ ਤੋਂ ਖਾਨਪੁਰ ਥੋੜੇ ਜਿਹੇ ਫਾਸਲੇ ਤੇ ਹੈ, ਸ਼ਾਇਦ 2 ਮੀਲ ਦਾ ਫਾਸਲਾ ਹੋਵੇ, ਉੱਥੇ ਕੱਲ ਨੂੰ ਅਖੰਡ ਪਾਠ ਹੋਣਾ ਅਰਜਨ ਸਿੰਘ ਦੇ ਘਰ।
ਉੱਥੇ 2 ਦੀਵਾਨ ਵੀ ਲੱਗਣਗੇ। ਅੱਗੇ ਸੰਤ ਮਹਾਰਾਜ ਜੇ ਪਿੰਡ 'ਚ ਕਰਨਾ ਹੈ ਤਾਂ ਇੱਕ ਨੂੰ ਅਖੰਡ ਪਾਠ ਦਾ ਟਾਈਮ ਬਖਸ਼ ਦਿੰਦੇ ਸੀ ਤੇ 2 ਦੀਵਾਨ ਲਾ ਦਿੰਦੇ। ਫਿਰ ਹੁੰਦਾ ਸੀ ਜਿੱਥੇ ਕਿੰਨੇ ਹੀ ਦੀਵਾਨ ਹੋਣ ਉੱਥੇ ਕਈ ਦਿਨ ਦੇ ਦਿੰਦੇ ਹੁੰਦੇ ਸੀ। ਕਹਿੰਦੇ ਉਹਦਾ ਮੰਜਾ ਚੱਕ ਕੇ ਦੀਵਾਨ 'ਚ ਲਿਆਇਓ। ਨਾਲ ਹੀ ਬਚਨ ਕਰ ਦਿੱਤਾ। ਇੱਕ ਉਹਦੇ ਭਰਾ ਦਾ ਨਾਮ ਬਚਨ ਸਿੰਘ ਸੀ, ਉਹ ਕੁੱਟੇ ਵੀ ਆਉਂਦਾ ਹੁੰਦਾ ਸੀ। ਮਹਾਰਾਜ ਜੀ ਕਹਿੰਦੇ ਉਹ ਟੁੱਟ ਤਾਂ ਗਈ ਸੀ, ਪਰ ਗੁਰੂ ਨਾਨਕ ਮਹਾਰਾਜ ਨੇ ਗੰਢਤੀ ਹੁਣ ਦੁਬਾਰਾ ਟੁੱਟੀ, ਗਾਂਢਨਹਾਰ ਗੋਪਾਲ। ਰੀੜ ਦੀ ਹੱਡੀ ਟੁੱਟ ਤਾਂ ਗਈ ਸੀ, ਪਰ ਉਹ ਦੁਬਾਰਾ ਗੰਢ ਦਿੱਤੀ ਗੁਰੂ ਨਾਨਕ ਮਹਾਰਾਜ ਜੀ ਨੇ, ਜੋੜ ਦਿੱਤੀ ਉਹ ਦੁਬਾਰਾ। ਕੱਲ ਨੂੰ ਦੀਵਾਨ ਹੈ ਖਾਨਪੁਰ, ਉਹਦਾ ਮੰਜਾ ਚੱਕ ਕੇ ਉੱਥੇ ਲਿਆਇਓ। ਉੱਥੇ ਮੰਜਾ ਚੱਕ ਕੇ ਲੈ ਗਏ, ਪਰ ਮਨ ਨੂੰ ਧੀਰਜ ਤਾਂ ਆਉਂਦਾ ਨਹੀਂ ਵੀ ਇਹਨੇ ਠੀਕ ਥੋੜ੍ਹਾ ਹੋਣਾ ਕਿਤੇ। ਭਾਵੇਂ ਉਹਨੇ ਬਚਨ ਕੀਤਾ ਸੀ, ਜਿਹੜਾ ਗੁਰੂ ਦੇ ਵਿੱਚ ਅਭੇਦ ਹੋਇਆ ਸਾਧੂ ਸੀ, ਜਿਹਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੈ, ਮੇਰਾ ਕੀਤਾ ਹੋਇਆ ਸਾਧੂ ਬਦਲ ਸਕਦਾ ਹੈ ਤੇ ਸਾਧੂ ਦਾ ਕੀਤਾ ਹੋਇਆ ਮੈਂ ਨਹੀਂ ਬਦਲ ਸਕਦਾ। ਰੱਬ ਕਹਿੰਦਾ ਮੇਰੀ ਬਾਂਦੀ ਭਗਤ ਛਡਾਵਾ, ਬਾਂਦੀ ਭਗਤ ਨਾ ਛੂਟੈ ਮੋਹੇ, ਏਕ ਸਮੈ ਮੋਹ ਕੋ ਗਹਿ ਬਾਂਧੈ, ਤੌਫਨ ਮੋਹ ਪੈ ਜਵਾਬ ਨਾ ਹੋਏ। ਵਾਹਿਗੁਰੂ ਕਹਿੰਦਾ ਜੇ ਮੈਨੂੰ ਵੀ ਮੇਰਾ ਪਿਆਰਾ ਬੰਨ ਲੈ ਕਿਸੇ ਟਾਈਮ, ਮੈਂ ਉਹਨੂੰ ਕੋਈ ਜਵਾਬ ਨਹੀਂ ਦੇ ਸਕਦਾ, ਮੈਂ ਖੁਸ਼ੀ ਨਾਲ ਬਣਾ ਲੂੰ। ਮੈਨੂੰ ਬੰਨ ਕੇ ਭਾਵੇਂ ਕੈਦੀ ਬਣਾ ਲਏ ਉਹ ਆਪਦਾ। ਦੀਵਾਨ ਵਿੱਚ ਲੈ ਗਏ ਉਹ। ਸੰਤ ਮਹਾਰਾਜ ਜੀ ਨੇ ਪਹਿਲੀ ਧਾਰਨਾ ਹੀ ਸ਼ੁਰੂ ਕੀਤੀ, ਟੂਟੀ ਗਾਢਨਹਾਰ ਗੋਪਾਲ, ਸਰਬ ਜੀਆ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸਤੇ ਬਿਰਥਾ ਕੋਈ ਨਾ ਹੈ। ਦੀਵਾਨ ਸਾਰਾ ਸੁਣਿਆ ਇਸਨੇ, ਹੁਕਮ ਕੀਤਾ ਕੱਲ ਨੂੰ ਫੇਰ ਲਿਆਇਆ ਦੀਵਾਨ 'ਚ। ਦੂਜੇ ਦਿਨ ਦਾ ਦੀਵਾਨ ਫੇਰ ਸੀ ਖਾਨਪੁਰ। ਤੁਸੀਂ ਸਾਰੇ ਜਾਣਦੇ ਹੋ, ਨੇੜੇ ਹੀ ਹੈ ਕਵੱਦੀ ਦੇ ਖਾਨਪੁਰ। ਦੂਜੇ ਦਿਨ ਫੇਰ ਲਿਆਏ। ਫਿਰ ਮਹਾਰਾਜ ਜੀ ਕਹਿੰਦੇ ਚੰਗਾ, ਕੁਰਸੀ ਦੇ ਟਾਈਮ ਤੇ ਬਾਕੀ ਪਰਿਵਾਰ ਦੇ ਮੈਂਬਰ ਆ ਜਾਓ। ਇਹ ਤੁਹਾਨੂੰ ਨੇੜੇ ਦਿਆਂ ਨੂੰ ਸਾਰੇ ਹੀ ਪਤਾ ਵੀ ਕੁਰਸੀ ਦਾ ਸਮਾਂ ਉਹ ਸੰਗਤ ਵਾਸਤੇ ਦਿੰਦੇ ਹੁੰਦੇ ਸਨ। ਚਲੇ ਗਏ। ਉਹਨਾਂ ਨੇ ਇੱਕ ਸ਼ਬਦ ਦੱਸ ਦਿੱਤਾ ਮਹਾਰਾਜ ਜੀ ਨੇ, ਕਹਿੰਦੇ ਦੇਖੋ ਗੁਰੂ ਮਹਾਰਾਜ ਜੀ ਨੇ ਕਿੰਨਾ ਕੁਛ ਲਿਖਿਆ ਹੋਇਆ ਸਾਡੇ ਲਈ। ਸ੍ਰੀ ਰਾਗ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ, ਜਾਕੋ ਮੁਸ਼ਕਿਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਖ ਪੇ ਭੱਜ ਖਲੇ। ਇਹਦੇ ਅਰਥ ਖੋਲ ਕੇ ਮਹਾਰਾਜ ਨੇ ਸੁਣਾਏ। ਇਹਦੇ ਅਰਥ ਤੁਸੀਂ ਆਪ ਹੀ ਜਾਣੀ ਜਾਂਦੇ ਹੋ, ਕਿਉਂਕਿ ਬਹੁਤ ਸੌਖੇ ਜਿਹੇ ਆ। ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਓ। ਆਸਰਾ ਦੇਣ ਵਾਲੇ ਵੀ ਮਿਟ ਜਾਣ ਤੇ ਆਸਰੇ ਜਿੰਨੇ ਵੀ ਧਾਰਨ ਕੀਤੇ ਨੇ ਸਾਰੇ ਮਿਟ ਹੀ ਜਾਂਦੇ ਨੇ ਦੁਖੀ ਆਦਮੀ ਤੇ। ਇਹ ਤਾਂ ਸਾਰਿਆਂ ਦੇ ਘਰਾਂ ਘਰਾਂ 'ਚ ਵਰਤਦੀਆਂ। ਜਿਹੜਾ ਕੋਈ ਵਿਪਤਾ 'ਚ ਫਸ ਜਾਂਦਾ, ਕੋਈ ਵੀ ਨਹੀਂ ਨੇੜੇ ਆਉਂਦਾ। ਚਿੱਤ ਆਵੇ ਉਸ ਪਾਰ ਬ੍ਰਹਮ, ਲੱਗਾ ਨਾ ਤੱਤੀ ਵਾਓ। ਜੇ ਵਾਹਿਗੁਰੂ ਉਹਦੇ ਚਿੱਤ ਵਿੱਚ ਆ ਜਾਏ, ਵਸ ਜਾਏ, ਉਹ ਪਰਮੇਸ਼ਰ ਦਾ ਨਾਮ ਜਪਣ ਲੱਗ ਜਾਏ, ਤਾਂ ਸੰਤ ਮਹਾਰਾਜ ਜੀ ਕਹਿੰਦੇ ਉਹਨੂੰ ਤੱਤੀ ਹਵਾ ਵੀ ਨਹੀਂ ਲੱਗਦੀ ਦੁੱਖਾਂ ਤੋਂ। ਸਾਹਿਬ ਨਤਾਣਿਆ ਕਾ ਤਾਣ, ਆਏ ਨਾ ਜਾਈ ਫਿਰ ਸਦਾ, ਗੁਰ ਸ਼ਬਦੀ ਸੱਚ ਜਾਣ ਰਹਾਓ। ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੈ, ਨਾ ਕੋ ਦੇਵੈ ਧੀਰ। ਤੇ ਵੀ ਇੰਨਾ ਦੁਬਲਾ ਕਮਜ਼ੋਰ ਹੋਵੇ
ਤੇ ਨੰਗ ਭੁੱਖ ਦੀ ਪੀੜਾ, ਰੋਟੀ ਵੀ ਨਾ ਖਾਣ ਨੂੰ ਮਿਲਦੀ ਹੋਵੇ, ਘਰ ਵੀ ਨਾ ਉੱਤੇ ਛੱਤ ਵੀ ਨਾ ਹੋਵੇ ਕੋਈ ਚੱਜ ਹਾਲ ਦੀ, ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ, ਕਿਸੇ ਪਾਸੇ ਕੋਈ ਪੈਸਾ ਵੀ ਨਾ ਮਿਲੇ ਰੋਟੀ ਖਾਣ ਨੂੰ, ਭੁੱਖਾ ਹੀ ਸੌਂਦਾ ਹੋਵੇ, ਕੋਈ ਤਰਸ ਕਰਕੇ ਇੱਕ ਅੱਧੀ ਰੋਟੀ ਸਿੱਟ ਜਾਏ ਤਾਂ ਗੱਲ ਵੱਖਰੀ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲਾ ਨਾ ਪਵੈ ਨਾ ਕੋ ਦੇਵੈ ਧੀਰ, ਸਵਾਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ, ਚਿਤ ਆਵੈ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੇ ਰਾਜ, ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ। ਹਜੂਰ ਮਹਾਰਾਜ ਨੇ ਅਰਥ ਕਰਕੇ ਸਮਝਾਇਆ, ਅਰਥ ਸਾਫ਼ ਹੈ, ਤੁਹਾਨੂੰ ਸਾਰਿਆਂ ਨੂੰ ਸਮਝ ਆਈ ਜਾਂਦੇ ਨੇ। ਕਹਿੰਦੇ ਦੇਹੀ ਨੂੰ ਵੀ ਭਿਆਨਕ ਰੋਗ ਲੱਗ ਜਾਏ ਕੋਈ, ਤੇ ਕਮਾਈ ਦਾ ਵੀ ਕੋਈ ਸਾਧਨ ਨਾ ਹੋਵੇ, ਕੋਈ ਜੇ ਉਹ ਮੰਗੇ ਤਾਂ ਉਹਨੂੰ ਕੋਈ ਦਮੜਾ ਪੈਸਾ, ਦੋ ਪੈਸੇ ਵੀ ਉਹਦੀ ਝੋਲੀ 'ਚ ਨਾ ਪਾਵੇ, ਦਮੜਾ ਪੱਲਾ ਨਾ ਪਵੈ ਨਾ ਕੋ ਦੇਵੈ ਧੀਰਜ, ਧੀਰਜ ਦੇਣ ਵਾਲਾ ਵੀ ਕੋਈ ਨਾ ਹੋਵੇ, ਵੀ ਕੋਈ ਨਹੀਂ ਤਕੜਾ ਰਿਹਾ, ਪਰਮੇਸ਼ਰ ਭਲੀ ਕਰੂਗਾ, ਐਂ ਕਹਿਣ ਵਾਲਾ ਵੀ ਨਾ ਹੋਵੇ ਦੁਨੀਆ 'ਚ ਕੋਈ ਉਹਨੂੰ। ਸਵਾਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ, ਚਿਤ ਆਵੈ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੇ ਰਾਜ, ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ, ਗੌਣ ਕਰੇ ਚਹੁ ਕੁੰਟਕਾ ਘੜੀ ਨਾ ਬੈਸਣ ਸੋਏ, ਭਟਕਦਾ ਫਿਰਦਾ ਇੱਧਰ ਉੱਧਰ ਕੋਈ ਨਹੀਂ ਸੁਣਦਾ ਉਸਦੀ, ਚਿਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ, ਕਾਮ क्रोध मोह वश किया कृपन लोभ प्यार, चारे किल विख उन अग किए हुआ असर संघार, पोथी गीत कवित किश कदे ना करन धरिया, चित आवे उस पार ब्रह्म ता निमख सिमखत तरिया। ਇਹ ਸ਼ਬਦ ਦੇ ਅਰਥ ਕਰਕੇ ਦੱਸੇ। ਮਹਾਰਾਜ ਨੇ ਇੱਕ ਸ਼ਬਦ ਦੇ ਦਿੱਤਾ, ਮਹਾਰਾਜ ਦੇ ਚਰਨਾਂ 'ਚ ਜਿਹੜਾ ਅਰਦਲੀਆ ਹੁੰਦਾ ਸੀ ਉਹਨੂੰ ਮਾਸਟਰ ਜੀ ਕਹਿੰਦੇ ਸੀ, ਨਾਂ ਤਾਂ ਸ਼ਾਇਦ ਉਹਦਾ ਰਜਿੰਦਰ ਸਿੰਘ ਸੀ, ਪਾਕਿਸਤਾਨ 'ਚ ਆਇਆ ਸੀ। ਉਹਨੂੰ ਦੱਸਿਆ ਕਿ ਐਨੇ ਨੰਬਰ ਦਾ ਸ਼ਬਦ ਲਿਆ, ਸ਼ਬਦ ਪਾਸ ਲਿਆਂਦਾ ਗਿਆ, ਕਹਿਣ ਲੱਗੇ ਆਹ ਸ਼ਬਦ ਬਈ ਤੁਸੀਂ ਪੜ੍ਹ ਲਓ, ਇੱਕ ਵਾਰ ਸੁੱਧ ਕਰਾ ਲਓ, ਕਿਸੇ ਗੁਰਮੁਖ ਦੀ ਡਿਊਟੀ ਲਾ ਦਿੱਤੀ, ਇਹ ਉਹਦੇ ਯਾਦ ਕਰਾ ਦਿਓ, ਉਹਨੂੰ ਕਹਿ ਪਿਆਜ਼ ਦਾ ਪਾਠ ਕਰੀ ਜਾਇਆ ਕਰ, 21 ਦਿਨ ਪਾਠ ਕਰਨਾ ਮਹਾਰਾਜ ਕਹਿੰਦੇ ਇਹਦਾ, ਤੁਸੀਂ ਵੀ ਸਾਰਾ ਟੱਬਰ ਉਹਦੇ ਵਾਸਤੇ ਪਾਠ ਕਰ ਸਕਦੇ ਹੋ, ਅਰਦਾਸ ਉਹਦੇ ਭਲੇ ਵਾਸਤੇ ਕਰਦਿਆ ਕਰੋ, ਉਹਦੀ ਤੰਦਰੁਸਤੀ ਲਈ। ਸ਼ੁਰੂ ਹੋ ਗਿਆ ਹੁਕਮ ਮੰਨਣਾ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਅਸੀਂ ਗੁਰੂ ਨਾਨਕ ਮਹਾਰਾਜ ਦੇ ਹੁਕਮ ਨਹੀਂ ਮੰਨਦੇ ਤਦੀ ਦੁਖੀਆਂ, ਜੇ ਕਿਤੇ ਆਪਾਂ ਹੁਕਮ ਮੰਨ ਲਈਏ ਗੁਰੂ ਨਾਨਕ ਮਹਾਰਾਜ ਜੀ ਨੇ ਜਿਹੜੇ ਆਪਾਂ ਨੂੰ ਦਿੱਤੇ ਨਾ, ਫਿਰ ਦੁੱਖ ਤਾਂ ਸਾਡੇ ਸੈਂਕੜੇ ਮੀਲਾਂ ਤੱਕ ਵੀ ਨੇੜੇ ਨਹੀਂ ਆ ਸਕਦਾ ਕੋਈ। ਮਹਾਰਾਜ ਨੇ ਜਿਵੇਂ 3 ਬਚਨ ਆਪਾਂ ਨੂੰ ਕਿਹਾ, ਨਿੰਦਿਆ ਨਹੀਂ ਕਰਨੀ ਕਿਸੇ ਦੀ, ਜਿਹੜਾ ਸਾਨੂੰ ਚੰਗਾ ਨਹੀਂ ਲੱਗਦਾ ਅਸੀਂ ਉਹਦੀ ਨਿੰਦਿਆ ਕਰਦੇ ਹਾਂ, ਉਹਨੂੰ ਮਾੜਾ ਕਹਿਣ ਦੀ ਕੋਸ਼ਿਸ਼ ਕਰਦੇ ਹਾਂ, ਰਹੀ ਨਹੀਂ ਹੁੰਦਾ ਸਾਡੇ ਕੋਲੋਂ, ਕੀ ਕਰੀਏ। ਗੁਰੂ ਮਹਾਰਾਜ ਦੱਸਦੇ ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ ਮੋਹ ਕਾਲੇ, ਤਿੰਨਾ ਨਿੰਦਕਾਂ ਨਰਕੇ ਘੋਰ ਭਵਾਨ। ਫਿਰ ਮਹਾਰਾਜ ਨੇ ਕਿਹਾ ਕਿਸੇ ਦੀ ਚੁਗਲੀ ਨਹੀਂ ਕਰਨੀ, ਚੁਗਲੀ ਦਾ ਥੋੜਾ ਫਰਕ ਹੈ, ਚੁਗਲੀ ਹੁੰਦਾ ਅਗਲੇ ਦੀ ਨੁਕਸਾਨ ਕਰਨ ਦੀ ਕੋਸ਼ਿਸ਼ ਕਰਨੀ, ਨਿੰਦਿਆ ਤਾਂ ਹੈ ਲਿਪ ਸਰਵਿਸ, ਜਿਹੜਾ ਨਹੀਂ ਚੰਗਾ ਲੱਗਦਾ ਉਹਨੂੰ ਬੁਰਾ ਭਲਾ ਕਹਿਣਾ। ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਤਿਆ ਉਸਦਾ ਸਭ ਗਿਆ, ਨਿਤ ਚੁਗਲੀ ਕਰੇ ਅਣਹੋਂਦੀ ਪਰਾਈ, ਮੋਹ ਕੱਢ ਨਾ ਸਕੈ ਉਸਦਾ ਕਾਲਾ ਪਿਆ। ਪਰਾਈ ਨਿੰਦਿਆ ਅਣਹੋਂਦੀ ਹੀ ਜਿਹੜੇ ਕਰਦੇ ਨੇ, ਪਤੀ ਪਤਨੀ 'ਚ ਫ੍ਰਿਕਸ਼ਨ ਪੈਦਾ ਕਰ ਦੇਣੀ, ਉਹ ਘਰ ਨਰਕ ਬਣ ਜਾਣਾ, ਭਰਾ ਭਰਾ 'ਚ ਕੋਈ ਫਰਕ ਪਾ ਦੇਣਾ, ਉਹ ਨਰਕ ਬਣ ਜਾਣਾ ਘਰ।
पिता पुत्र विच भी फर्क पा देना गल्लां नाल। चुगली बहुत बुरी बला हुंदी है। राम जी नूं एक चुगली ने 10 साल तक ना 14 साल तक वनवास करवा दिता सी। उन्हां दे घर दी नौकरी सी ओह। इस करके चुगली ते भी आपां बचा रखना है। गुरु नानक महाराज जी दे बचन सामने हैं। तीजी गल एक होर आपां कह के फिर साखी समाप्त करके मैं आप जी नूं फतेह बुलाऊंगा। तीजा है ईर्खा। जिस अंदर तात पराई होवे तिसदा कदे ना होवी भला। तात हुंदी है ईर्खा, जैलस, सड़ी जाना किसी नूं देख के। गुरु जी कहंदे हो जिन्ने मर्जी चंगे काम कर ले ते ओहदा भला तां हुंदा ही नहीं। जिस दे अंतर तात पराई होवे तिसदा कदे ना होवी भला, ओहदा भला तां हुंदा नहीं। पहले बचन महाराज ने आपां नूं तीन ਇਹ ਦੱਸੇ ਨੇ। उस तो बाद जे नाम जपीए थोड़ा चिर नाम जपण दा हज़ारां गुणे फल ज़्यादा मिल जाता। आपां तां पहले बचन भी नहीं गुरु महाराज दे मनदे। किन्ने क मनदे आपो अपने दिल च सारी सोच लो। 21 दिन हो गए ये पाठ करदा रहा। एक दिन महाराज जी ने लुधियाणे नूं जांदे होया ने इन्हां दे घर चरण भी पाए तो पाठ कर रहा सी। महाराज जी हस के कहन लगे लग्या रहा दब्बी जा दब्बी जा। एक भी श्वास बिरथा ना जान दई, ये शब्द का पाठ करी जा जिहड़ा हजूर ने दिता सी। 21वें दिन एकदम थोड़ा छोटा कड़ाका होया टूही का। वो हड्डी जुड़ गई टूही दी जुड़ी हुई, क्योंकि महाराज ने पहले दिन ही कहता सी टूटी गांढन हार गोपाल। टुट्टी सी गंढी गई 3 बार बचन कर दिता ही पहले दिन ही। वो टूही एकदम जुड़ गई। जी रीढ़ की हड्डी तक कदे जुड़ती नहीं। थोड़ा सारे पता, तुम सारे पढ़े लिखे हो। अजकल का भी कोई डॉक्टर साइंसदान जोड़ नहीं सकता। वो एकदम जुड़ गई। वह पैर हिलन लग गया। उन्हें लत्त खड़ी कर ली, फिर दूजी लत्त खड़ी कर ली, हाथ चलन लग गए। हौली हौली वो कंध नूं हथ पा के खड़ा होने लग गया। थोड़े दिनों वो ठीक हो गया, तंदुरुस्त है, शायद हाले भी जिंदा होवे। अगे पुट्टे तो आउंदे रहिंदे सन। इउं गल तां अपनी है। आपां गुरु नानक महाराज दे बचन मनण वास्ते सतपुरुष सारी जिंदगी प्रेरणा दिंदे रहे। इतने लोगों नूं गुरु कलगीधर पिता दे चरणां नाल जोड़िया। उन्हां दा आपां इह मना रहे हां अज। ਇਹੋ ਜਿਹੇ रोगी भी वो ठीक करते रहे, क्योंकि ਉਹਦੇ ਨਾਲ जुड़े सी ਜਿਹੜਾ ਸਾਰਿਆਂ ਦਾ आपा है परमेश्वर, जिन्हें सारिਆਂ ਨੂੰ ਬਣਾਇਆ ਤੇ ਸਾਰਿਆਂ ਦੇ ਅੰਦਰ ਉਹਨਾਂ ਨੂੰ ਦੇਖਣ ਦੀ ਸ਼ਕਤੀ ਦਿੰਦਾ ਹੈ, ਕੰਮ ਕਰਨ ਦੀ, ਹੱਥ ਪੈਰ ਕੰਮ ਕਰਦੇ ਨੇ, ਸਭ ਕੁਝ ਹੁੰਦਾ ਉਸੇ ਦੀ ਕਿਰਪਾ ਕਰਕੇ। ਆਕਸੀਜਨ फ्री दे रहा है, हवा फ्री दे रहा है, पानी फ्री दे रहा है, कितना कुछ ਆਪਾਂ ਉਸ ਦੇ ਲੜ ਲੱਗ ਸਕਦੇ ਹਾਂ ਜੇ ਆਪਾਂ ਗੁਰੂ ਨਾਨਕ ਮਹਾਰਾਜ ਦੇ ਬਚਨ ਮੰਨ ਲਈਏ। ਉਹਨਾਂ ਨੇ ਮੰਨੇ ਸੀ ਜਿਨ੍ਹਾਂ ਸਤਿਪੁਰਸ਼ਾਂ ਦੀ ਯਾਦ ਵਿੱਚ ਆਪਾਂ ਸਤਿਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਇਹ ਜੇ ਸਾਧੂਆਂ ਦੇ ਚਰਨਾਂ ਤੇ ਸਿਰ ਰੱਖ ਕੇ ਨਮਸਕਾਰ ਕਰੋ। ਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਦੱਸਦੇ ਨੇ। ਇਹ ਸਮਾਂ ਭਾਗਾਂ ਨਾਲ ਮਿਲਿਆ। ਯਤਨ ਕਰੀਏ ਹੁਣ ਆਪਣੇ ਕੋਲੇ 2 दिन ही है, 2 दिन ਵੱਧ ਚੜ ਕੇ ਉਹ ਸਤਿਪੁਰਸ਼ਾਂ ਦੇ ਕੋਈ ਬਚਨ ਜ਼ਿਆਦਾ ਆਪਾਂ ਕਰਾਂਗੇ ਤੇ ਤੁਹਾਡੀ ਹਾਜ਼ਰੀ ਸਿੱਧੀ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਵਿੱਚ ਲੱਗਦੀ ਹੈ। ਕਿਉਂਕਿ ਜਿਹੜਾ ਜਨ ਹੁੰਦਾ ਉਹ ਵਾਹਿਗੁਰੂ ਦਾ ਸਰੂਪ ਹੁੰਦਾ ਹੈ। हर हर जन दोई एक है, बिब विचार किशना है। ਉਹਦੀ ਆਪਣੀ ਹੋਂਦ ਨਹੀਂ, ਰੱਬ ਦੀ ਹੋਂਦ ਨਾਲ ਉਹਦੀ ਆਪਣੀ ਹੋਂਦ ਮਿਲ ਜਾਂਦੀ ਹੈ, ਉਹ ਪਰਮੇਸ਼ਰੀ ਹੋ ਜਾਂਦਾ ਹੈ। ਇਸ ਕਰਕੇ ਤੁਸੀਂ ਸਿੱਧੇ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਮਿਲਦੇ ਹੋ। ਉਹਨਾਂ ਦਾ ਆਪਾ ਨਹੀਂ ਕੁਛ ਹੁੰਦਾ ਸਾਧੂ ਦਾ, ਉਹ ਗੁਰੂ ਨਾਨਕ ਮਹਾਰਾਜ ਨਾਲ ਮਿਲੇ ਹੁੰਦੇ ਨੇ ਤਾਂ ਕਿ ਹਰ ਹਰ ਜਨ ਦੋਈ ਏਕ ਹੈ। ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਦੱਸਦੇ ਨੇ ਬਿਬ ਵਿਚਾਰ ਕਿਸ ਨਾ ਹੈ, ਰੰਚਕ ਮਾਤਰ ਵੀ ਭੇਦ ਨਹੀਂ ਹੁੰਦਾ ਉਹਨਾਂ ਵਿੱਚ।
ਹੁਣ ਤੁਸੀਂ ਉਹਨਾਂ ਦੀ ਯਾਦ ਵਿੱਚ ਜੁੜੇ ਹੋਏ ਹੋ, ਆਪਣੇ ਸਮੇਂ ਨੂੰ ਸਫਲਾ ਕਰ ਰਹੇ ਹੋ। ਸਫਲ ਸਫਲ ਪਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ। ਆਉਣਾ ਜਾਣਾ ਬੰਦ ਹੋ ਰਿਹਾ ਸਾਡਾ। ਜਨਮ ਮਰਨ ਦੇ ਚੱਕਰ, ਕਦੇ ਕੁੱਤਾ ਬਣ ਗਿਆ, ਬਿੱਲਾ ਬਣ ਗਿਆ, ਗਧਾ ਬਣ ਗਿਆ, ਕੁਛ ਬਣ ਗਿਆ। ਜੰਮੈ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲਾਮੈ। ਆਪਾਂ ਇਹਨਾਂ ਦੁੱਖਾਂ ਤੇ ਬਚ ਰਹੇ ਹਾਂ ਜਿਹੜੀ ਹਾਜ਼ਰੀ ਵਿੱਚ ਬੈਠੇ ਹਾਂ। ਇਸ ਕਰਕੇ ਤਕੜੇ ਹੋਏ ਉਹਨਾਂ ਦੀ ਹਾਜ਼ਰੀ ਆਪਾਂ ਸਾਰੇ ਹੀ ਲਾਈਏ। ਇਤਨੀਆਂ ਕੁ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।